ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਾ ਕਿ ਮੈਂ 1 ਰੁਪਇਆ ਵੀ ਬਿਜ਼ਨਸ ਵਾਸਤੇ ਘਰੋਂ ਨਹੀਂ ਲਿਆ। ਮਜ਼ਾ ਅਸੀਂ ਗੱਲ ਸੁਣ ਕੇ 1 ਰੁਪਇਆ ਵੀ ਘਰੋਂ ਨਹੀਂ ਲਿਆ। ਘਰੋਂ ਨਹੀਂ ਲਿਆ। ਵਾਹ ਵਾਹ। ਉਸ ਤੋਂ ਪਹਿਲਾਂ ਯਾਨੀ 2012 'ਚ ਮੈਨੂੰ ਇਹਨਾਂ 7-8 ਲੱਖ ਰੁਪਇਆ ਦਿੱਤਾ। ਮੈਂ ਕਰਾਚੀ ਗਿਆ, ਚਾਵਲ ਦਾ ਕੰਮ ਸ਼ੁਰੂ ਕੀਤਾ। ਮੈਂ ਸਾਰੇ 1 ਸਾਲ 'ਚ ਜ਼ਾਇਆ ਕਰਤੇ। ਉਸ ਤੋਂ ਬਾਅਦ ਫਿਰ ਨਾ ਉਹਨਾਂ ਦਿੱਤੇ, ਲੇਕਿਨ ਮੈਂ ਮੰਗੇ ਵੀ ਨਹੀਂ। ਮੈਂ ਕਿਹਾ ਲੈਣੇ ਨਹੀਂ ਹੁਣ ਆਪ ਹੀ ਕੁਛ ਕਰਕੇ ਵਹਾਣਾ। ਔਰ 2013 'ਚ ਮੈਂ ਸਾਊਦੀ ਅਰਬ ਗਿਆ। ਸਾਊਦੀ ਅਰਬ 6 ਮਹੀਨੇ ਬਾਅਦ ਮੈਂ ਆਪਣੀ ਉੱਥੇ ਜਿਸ ਤਰ੍ਹਾਂ ਇੱਥੇ ਟਰੱਕ ਨਹੀਂ ਮੱਚਦਾ ਹੁੰਦਾ, ਉਹ ਮੈਂ ਲੈ ਲਿਆ ਸੀ। ਖਰੀਦ ਲਿਆ ਸੀ। ਪੈਸੇ ਕਿੱਥੋਂ ਆਏ? ਪੈਸੇ ਹੁਣ ਥੋੜ੍ਹਾ ਜਿਹਾ ਲੰਮੀ ਗੱਲ ਹੋ ਜਾਣੀ ਹੈ। ਮੈਂ ਤੁਹਾਡੇ ਨਾਲ 1 ਘੰਟਾ ਗੱਲ ਕਰਨੀ ਹੈ ਬੈਠ ਕੇ। ਅੱਛਾ। ਤੁਸੀਂ ਮੈਨੂੰ ਤਸੱਲੀ ਨਾਲ ਦੱਸਣਾ ਤਾਂ ਕਿ ਸਾਰਿਆਂ ਦੇ ਵਹਿਮ ਨਿਕਲ ਜਾਣ। ਹਾਂ, ਉਹੀ ਗੱਲ ਮੈਂ ਦੱਸਣ ਲੱਗਾ ਕਿ ਆਪਣੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲੀ ਸੋਚ ਬਣਾਓ, ਵੱਡੀ ਕਰੋ। ਉਹ 6 ਮਹੀਨੇ ਦੇ ਵਿੱਚ ਮੈਂ ਕੋਈ ਸੈਲਰੀ ਜਮ੍ਹਾਂ ਕੀਤੀ ਸੀ ਆਪਣੀ, ਉਹ ਤਕਰੀਬਨ ਕੋਈ 15-16 ਹਜ਼ਾਰ ਰਿਆਲ ਹੋਣੇ ਨੇ ਇੰਨੇ। ਹੁਣ ਇੰਨੇ ਦੀ ਉਹ ਟਰੱਕ ਨਹੀਂ ਸੀ ਆਉਂਦਾ। ਮੇਰੇ ਇੱਕ ਨਾ ਰਿਸ਼ਤੇਦਾਰ ਸਨ, ਮੇਰੇ ਵਾਲਦ ਸਾਹਿਬ ਦੇ ਮਾਮੂ ਦੇ ਬੇਟੇ, ਉਹਨਾਂ ਉੱਥੋਂ ਪਾਕਿਸਤਾਨ ਆਉਣਾ ਸੀ ਸਾਊਦੀ ਅਰਬ ਤੋਂ ਨਾ। ਅਤੇ ਉਹ ਮੈਂ ਹਲਕੀ ਉੱਥੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਹੁਣ ਆਪਣੀ ਗੱਡੀ ਲੈਣੀ ਹੈ, ਆਪਣੀ ਆਪ ਹੀ ਚਲਾਉਣੀ ਕਰਨੀ। ਉਹ ਪਾਕਿਸਤਾਨ ਆਉਣ ਲੱਗਾ ਅਤੇ ਉਹਨੇ ਮੈਨੂੰ ਕਿਹਾ ਕਿ ਮੈਂ ਪਾਕਿਸਤਾਨ ਜਾਣਾ ਅਤੇ ਕੋਈ ਜਿਸ ਤਰ੍ਹਾਂ ਉੱਥੇ ਪੁੱਛਦੇ ਨੇ ਕਿ ਕੋਈ ਕੰਮ ਸ਼ਮ ਕੋਈ ਚੀਜ਼ ਭੇਜਣੀ ਹੈਗੀ ਜਾਂ ਇਸ ਤਰ੍ਹਾਂ। ਮੈਂ ਕਿਹਾ ਯਾਰ ਚੀਜ਼ ਤਾਂ ਕੋਈ ਨਹੀਂ ਭੇਜਣੀ। ਮੇਰੇ ਚਾਚੂ ਹੀ ਲੱਗੇ ਜ਼ਾਹਰ ਵਾਲਦ ਸਾਹਿਬ ਦੇ ਕਜ਼ਨ। ਅਤੇ ਮੈਂ ਕਿਹਾ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ ਗੱਡੀ ਲੈਣੀ ਹੈ, ਅਤੇ ਅੱਬੂ ਕਹਿ ਰਹੇ ਨੇ ਕਿ ਜੋ ਚੀਮਾ ਸਾਹਿਬ ਆ ਰਹੇ ਨੇ ਪਾਕਿਸਤਾਨ, ਅਤੇ ਉਹਨਾਂ ਕੋਲ ਉੱਥੋਂ ਰਿਆਲ ਲੈ ਲੈ, ਇੱਥੇ ਆ ਕੇ ਮੈਂ ਪੈਸੇ ਦੇ ਦਾਂਗਾ ਉਹਨਾਂ ਨੂੰ। ਉਹਨਾਂ ਕਿਹਾ ਮੇਰੇ ਕੋਲ ਕੋਈ 18,000 ਰਿਆਲ ਹੈ ਜਿਹੜਾ ਮੈਂ ਖੜਨਾ। ਉਹ 15-16 ਮੇਰੇ ਕੋਲ ਸੀ। ਮੈਂ ਕਿਹਾ ਉਰਾਂ ਕਰੋ। ਉਹਨਾਂ ਮੈਨੂੰ ਦੇ ਦਿੱਤਾ ਜੀ। ਅੱਗੋਂ ਹੁਣ ਪਾਕਿਸਤਾਨ ਆਏ ਅਤੇ ਉਹ ਇੰਤਜ਼ਾਰ ਕਰਦੇ ਰਹੇ ਕਿ ਵਾਲਦ ਸਾਹਿਬ ਮੇਰੇ ਆਪੇ ਫੋਨ ਕਰਨ ਦੇ ਕਿ ਲੈ ਜਾਓ ਆ ਕੇ। ਇੱਦਾਂ ਦੀ ਗੱਲ ਹੈ ਸੀ ਕੋਈ ਵਾਲਦ ਸਾਹਿਬ? ਹਾਂ ਨਹੀਂ, ਵਾਲਦ ਸਾਹਿਬ ਨੂੰ ਕੋਈ ਪਤਾ ਨਹੀਂ। ਤੁਸੀਂ ਝੂਠ ਬੋਲਿਆ ਤੁਸੀਂ? ਮੈਂ ਜੀ ਕਿਹਾ ਮੈਂ ਕਿਹਾ ਮੈਂ ਉਹ ਕਿਉਂਕਿ ਜ਼ਾਇਆ ਕਰਕੇ ਗਿਆ ਪੈਸੇ, ਇਹਨਾਂ ਮੈਨੂੰ ਦੇਣੇ ਨਹੀਂ ਸਨ। ਠੀਕ ਹੈ। ਮੈਂ ਫਿਰ ਤਰੀਕਾ ਅਜ਼ਮਾਇਆ। ਅੱਛਾ, ਉਹ ਹਫ਼ਤੇ ਬਾਅਦ ਨਾ ਇੱਥੇ ਸਾਡੇ ਕੋਲ ਹੁਣ ਉਹ ਸੁਬਾਹ ਦਾ ਆਇਆ, ਸ਼ਾਮ ਤੱਕ ਬੈਠਾ ਰਿਹਾ। ਪੁੱਛਿਆ ਨਹੀਂ ਕਿਸੇ? ਕਿਹਾ ਨਹੀਂ। ਉਹਨੇ ਕਿਹਾ ਖੁਦ ਹੀ ਪੁੱਛਣ ਮੈਨੂੰ ਕਿ ਆਖਣਗੇ ਆਪਣੇ ਪੈਸੇ। ਹੁਣ ਇਹਨਾਂ ਨੂੰ ਪਤਾ ਹੁੰਦਾ ਤਾਂ ਪੁੱਛਦੇ ਨਾ। ਸ਼ਾਮ ਨੂੰ ਨਾ ਉਹ ਬਰਾਦਰ ਚਲਾ ਗਿਆ ਪੁੱਛੇ ਬਗੈਰ। ਵਾਹ ਵਾਹ। ਉਹ 3-4 ਦਿਨ ਲੰਘੇ ਅਤੇ ਉਹ ਫਿਰ ਹੁਣ ਉਹਨੂੰ ਜ਼ਰੂਰਤ ਸੀ, ਫਿਰ ਆਇਆ, ਫਿਰ ਸ਼ਾਮ ਤੱਕ। ਠੀਕ ਹੈ। ਇੱਥੇ ਉਹ ਸ਼ਾਮ ਹੋਈ ਨਾ ਅਤੇ ਉਹਨੇ ਕਿਹਾ ਹਾਜੀ ਸਾਹਿਬ, ਵਾਲਦ ਸਾਹਿਬ ਨੂੰ ਮੇਰੇ ਨੂੰ ਪੂਰਾ ਖਾਨਦਾਨ ਹਾਜੀ ਸਾਹਿਬ ਕਹਿੰਦੇ। ਠੀਕ ਹੈ। ਉਹਨੇ ਕਿਹਾ ਹਾਜੀ ਸਾਹਿਬ ਉਹ ਪੈਸਿਆਂ ਦੀ ਥੋੜ੍ਹੀ ਜਿਹੀ ਜ਼ਰੂਰਤ ਸੀ ਜ਼ਰਾ, ਮੈਂ ਤਾਂ ਆਇਆ। ਉਹਨੇ ਕਿਹਾ ਦੱਸੋ ਕਿੰਨੇ ਚਾਹੀਦੇ ਨੇ? ਉਹਨੇ ਕਿਹਾ ਨਹੀਂ ਉਹ ਜਿਹੜੇ ਉਹ ਜਿਹੜਾ ਬਾਹਰ ਵਾਲੇ ਨਾ ਉਹ ਹੀ ਦੇ ਦਿਓ। ਉਹਨੇ ਕਿਹਾ ਕਿਹੜੇ ਬਾਹਰ ਵਾਲੇ? ਉਹਨੇ ਕਿਹਾ ਉਹ 18,000 ਰਿਆਲ ਮੁਜ਼ੱਫਰ ਨੂੰ ਦੇ ਤੁਸੀਂ ਕਿਹਾ ਨਹੀਂ? ਉਹਨੇ ਕਿਹਾ ਨਹੀਂ ਮੈਂ ਤਾਂ ਨਹੀਂ ਗਿਆ। ਉਹਨੇ ਕਿਹਾ ਉਹਦੇ ਕਹਿੰਦਾ ਕਿ ਹਾਜੀ ਸਾਹਿਬ ਕੋਲ ਲੈ ਲਿਓ ਜਾ ਕੇ। ਉਹਨੇ ਗਿਆ ਗੱਡੀ ਵਾਸਤੇ ਮੈਂ ਪਾਕਿਸਤਾਨ, ਉਹਨਾਂ ਮੈਨੂੰ ਘੱਲਣੇ ਨੇ। ਉਹਨੇ ਕਿਹਾ ਯਾਰ ਤੂੰ ਕਿਉਂ ਦੇ ਕੇ ਉੱਲੂ ਦੇ ਪੱਠਿਆ, ਤੂੰ ਮੈਨੂੰ ਤਾਂ ਪੁੱਛ ਲੈ। ਉਹ ਅੱਗੇ ਇੰਨੇ ਜ਼ਾਇਆ ਕਰਕੇ ਗਿਆ ਇੱਥੇ। ਉਹ ਜਨਾਬ ਮੈਨੂੰ ਨਾ ਜ਼ਾਹਰ ਆਪਣੇ ਕਜ਼ਨ ਨੇ ਇੱਥੇ ਦੂਸਰਿਆਂ ਨੇ ਖਬਰ ਦੇ, ਉਹਨੇ ਕਿਹਾ ਕੰਮ ਹੋ ਗਿਆ ਇੱਥੇ। ਮੈਂ ਕਿਹਾ ਚਲੋ ਮੈਨੂੰ ਇੱਥੇ ਫੋਨ ਕਰਨ, ਮੈਂ ਚੁੱਕਾ ਨਾ। ਠੀਕ ਹੈ। बीच जो दूर कर कह सकते वाह 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 साहब। चलो ਉਹ ਨਾ ਚਲੋ 2-4 ਦਿਨ ਲੰਘੇ, ਵਾਲਦ ਸਾਹਿਬ ਨੇ ਫਿਰ ਦੇ ਦਿੱਤੇ ਉਹਨੂੰ ਪੈਸੇ। ਦੇ ਨਹੀਂ ਸਨ। ਕਰ ਬੜਾ ਕੰਜਰ ਨਿਕਲਿਆ, ਇੱਥੇ ਵੀ ਨਹੀਂ ਮੁੜਦਾ ਅਤੇ ਉੱਥੇ ਵੀ ਕੰਮ ਲਾ ਗਿਆ। ਠੀਕ ਹੈ। ਉਹ ਬਹਰਹਾਲ ਜੀ ਮੈਨੂੰ ਪਿਛਲਾ ਹੱਥ ਲੱਗਾ ਸੀ। ਮੈਂ ਜਿਹੜੇ ਪੈਸੇ 8-10 ਲੱਖ ਜ਼ਾਇਆ ਕੀਤਾ ਸੀ 2012 'ਚ, ਉਦੋਂ 8-10 ਲੱਖ ਦੀ 7-8 ਲੱਖ ਦੀ ਬੜੀ ਸਹੀ ਗੱਲ ਵੈਲਿਊ ਸੀ। ਫਿਰ ਮੈਂ ਨਾ ਅਗਲੀ ਗੱਲ ਤੁਹਾਨੂੰ ਦੱਸਣਾ, ਉਹ ਗੱਡੀ ਮੈਂ ਲੈ ਲਈ। ਜਦੋਂ ਗੱਡੀ ਲੈ ਕੇ ਅਤੇ ਮੈਂ ਪਹਿਲੇ ਦਿਨ ਹੀ ਉੱਥੇ ਅੱਡਾ ਹੈ ਜਿੱਥੇ ਜਿਸ ਤਰ੍ਹਾਂ ਇੱਥੇ ਅੱਡੇ ਨਹੀਂ, ਅੱਡੇ 'ਤੇ ਜਾ ਕੇ ਟਰੱਕ ਖਲੋਤੇ ਹੁੰਦੇ ਨੇ, ਉੱਥੇ ਜਿਹਨੂੰ ਜ਼ਰੂਰਤ ਹੋਏ ਮਿਲ ਜਾਂਦਾ। ਮੈਂ ਅੱਡੇ 'ਤੇ ਗਿਆ ਜਨਾਬ। ਮੈਂ ਜਾ ਕੇ ਤਕਰੀਬਨ 15-20 ਮਿੰਟ ਅੱਡੇ 'ਤੇ ਖੜ੍ਹਾ ਵਾਂ। ਇੱਕ ਕਸਟਮਰ ਆ ਜਾਂਦਾ, ਇੰਡੀਅਨ ਸੀ। ਉਹ ਜੁਬੇਲ ਦਾ ਜਿਹੜਾ ਅੱਡਾ ਹੈ ਨਾ, ਉੱਥੇ ਦੀ ਗੱਲ ਕਰ ਰਹੇ, ਸਾਊਦੀ ਦਾ ਸ਼ਹਿਰ ਹੈ ਜੁਬੇਲ। ਉਹ ਮੈਨੂੰ ਕਹਿਣ ਲੱਗਾ ਜੀ ਇੱਕ ਜਨਰੇਟਰ ਲੈ ਕੇ ਅਤੇ ਜੱਦੇ ਜਾਣਾ। ਮੈਂ ਉਸ ਤੋਂ ਪਹਿਲਾਂ ਆਇਆ ਨਹੀਂ ਸਾਂ ਨਾ, ਚਲਾਈ ਨਹੀਂ ਸੀ ਇੱਧਰ ਉੱਧਰ। ਮੈਂ ਉਹ ਵਾਟਰ ਟੈਂਕਰ ਸੀ ਇੱਕ ਉਹ ਚਲਾਉਂਦਾ, ਲੇਕਿਨ ਉਹ ਸ਼ਹਿਰ ਦੇ ਅੰਦਰ ਹੀ ਰਹਿੰਦਾ, ਦੂਰ ਨਹੀਂ ਜਾਂਦਾ। ਉਹਨੇ ਮੈਨੂੰ ਕਹਿਣ ਲੱਗਾ ਕਿ ਜਨਰੇਟਰ ਜੁਬੇਲ ਤੋਂ ਜੱਦਾ 1400 ਕਿਲੋਮੀਟਰ ਹੈ ਜੁਬੇਲ ਤੋਂ ਜੱਦਾ। ਮੈਂ ਕਿਹਾ ਠੀਕ ਹੈ ਜਾਵਾਂਗੇ। ਕਹਿਣ ਲੱਗਾ ਕਿੰਨੇ ਪੈਸੇ? ਹੁਣ ਮੈਨੂੰ ਪਤਾ ਨਹੀਂ ਸੀ ਕਿ ਰੇਟ ਕੀ ਹੈ ਇੱਥੋਂ ਦਾ ਉੱਥੋਂ ਦਾ ਟ੍ਰਿਪ ਦਾ।
ਮੈਂ ਇੱਕ ਦੋਸਤ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਇਸ ਤਰ੍ਹਾਂ ਆਇਆ ਮੇਰੇ ਕੋਲ, ਤੇ ਉਹ ਕਹਿ ਰਿਹਾ ਜੱਦੇ ਜਨਰੇਟਰ ਲੈ ਕੇ ਜਾਣਾ, ਕੀ ਰੇਟ ਹੈ? ਆਂਦਾ 1800 ਰਿਆਲ ਤੋਂ ਘੱਟ ਨਹੀਂ, ਨਾ ਲਈ ਇੰਨੇ ਰੱਖੀ। ਮੈਂ ਕਿਹਾ ਠੀਕ ਹੈ, ਬੰਦ ਕਰੋ। ਬੰਦ ਕੀਤਾ। ਮੈਂ ਉਹਨੂੰ ਕਿਹਾ 1400 ਰਿਆਲ। ਉਹ ਮੈਂ ਇਸ ਵਾਸਤੇ ਕਿਹਾ ਕਿ ਮੈਨੂੰ ਛੱਡ ਕੇ ਤੇ ਕਿਸੇ ਹੋਰ ਕੋਲ ਨਾ ਜਾਏ। ਦੂਸਰੇ ਕੋਲ ਨਾ ਚਲਾ ਜਾਏ, ਵੱਧ ਲੱਗਣ ਇਹਨੂੰ ਪੈਸੇ। ਉਹ ਮੈਨੂੰ ਕਹਿੰਦਾ ਜਾਏਗਾ ਨਾ, ਇੰਡੀਅਨ ਇਸ ਤਰ੍ਹਾਂ ਬੋਲਦੇ ਨੇ। ਮੈਂ ਕਿਹਾ ਜਾਏਗਾ, ਕਿਉਂ ਨਹੀਂ ਜਾਏਗਾ? ਮੈਂ ਕਿਹਾ ਪੱਕੀ ਬਾਤ ਹੈ ਜਾਏਗਾ। ਮੈਂ ਕਿਹਾ ਜਾਏਗਾ। ਉਹਨੂੰ ਇਹ ਸੀ ਕਿ ਬੜੇ ਘੱਟ ਪੈਸੇ ਕਹਿ ਰਿਹਾ। मैं जाएगा, नो टेंशन। कहता चलो ठीक है, मैं आपको 1600 रियाल देगा। खुद ही उन्हें खुद ही उन्हें कहा 1600 रियाल देगा, कंपनी से 1800 लेगा। वो कंपनी का बंदा सी ना, उन्हें कहा कंपनी का जो बिल है ना वो 1800 बनावांगा, 200 तो मैनू दे देना। मैं कहा गुड, मियाँ मियाँ। वो मैं लद्या जनरेटर तो मैं निकल गया। मैनू ये सी कि मैं रातों रात वापस आ जाना। ਮੈਨੂੰ ਇਹ ਪਤਾ ਹੀ ਨਹੀਂ ਸੀ ਕਿ 1400 ਕਿਲੋਮੀਟਰ ਜਾਣਾ ਤੇ 3 ਦਿਨ ਲੱਗ ਜਾਣੇ ਨੇ। ਉਹ ਮੈਂ ਸ਼ਾਮ ਦੇ ਟਾਈਮ ਨਿਕਲਿਆ। ਮੈਂ ਕੋਈ 100 ਕਿਲੋਮੀਟਰ 150 ਕਿਲੋਮੀਟਰ ਸਫ਼ਰ ਕੀਤਾ। ਮੈਨੂੰ ਦੱਸਿਆ ਉਹਨਾਂ ਕਿ ਇੱਧਰ ਨਾ ਇਸ ਰੋਡ ਤੇ ਪੈ ਜਾਓ ਤੇ ਅੱਗਾ ਜੱਦਾ ਹੀ ਹੈ, ਅੱਲਾ ਦੀ ਸਪੋਰਟ। 100-150 ਕਿਲੋਮੀਟਰ ਸਫ਼ਰ ਕੀਤਾ ਤੇ ਮੈਂ ਨਾ ਉਤਰ ਕੇ ਪੁੱਛਿਆ, ਮੈਂ ਕਿਹਾ ਜੱਦਾ ਨੂੰ ਕਿਹੜਾ ਰਸਤਾ ਜਾਂਦਾ ਹੈ? ਮੈਂ ਪੁੱਛ ਲਾਂ ਥੋੜ੍ਹਾ ਜਿਹਾ। ਉਹ ਮੇਰੇ ਮੋਲ ਵੇਖਣਗੇ ਕੀ ਪੁੱਛਦਾ। ਜਿਸ ਦਿਨ ਇੱਥੇ ਬਹਿ ਕੇ ਅਸੀਂ ਪੁੱਛੀਏ ਕਰਾਚੀ ਨੂੰ ਕਿਹੜਾ ਰਾਹ ਜਾਂਦਾ ਹੈ, ਉਹ ਤੇ ਲੋਕਾਂ ਹੱਸਣਾ ਹੀ ਹੈ ਨਾ। ਨਹੀਂ ਉਹ ਮੈਂ ਕਹਿੰਦੇ ਨਵਾਂ? ਮੈਂ ਕਿਹਾ ਨਵਾਂ। ਉਹਨੇ ਕਿਹਾ ਇਹ ਰੋਡ ਹੈ, ਜਿਸ ਤਰ੍ਹਾਂ ਇੱਥੇ ਮੋਟਰਵੇ ਨਹੀਂ ਇਸ ਤਰ੍ਹਾਂ ਰੋਡ ਸੀ। ਉਹਨੇ ਕਿਹਾ ਸਾਰੀ ਰਾਤ ਇਹਦੇ ਤੇ ਜਾਈ ਜਾਣਾ ਰੁਕਣਾ ਨਹੀਂ। ਉਸ ਟਾਈਮ ਰਾਤ ਦੇ ਨਾ ਕੋਈ 9 ਵਜੇ ਸਨ। ਉਹਨੇ ਕਿਹਾ ਸਵੇਰ 10-11 ਵਜੇ ਨਾ ਫਿਰ ਪੁੱਛਣਾ ਕਿ ਜੱਦੇ ਨੂੰ ਕਿਹੜਾ ਰਾਹ ਜਾਂਦਾ। ਮੈਂ ਕਿਹਾ ਠੀਕ ਹੋ ਗਿਆ, ਕੰਮ ਲੰਮਾ ਪੈ ਗਈ ਬਾਈ। ਚਲੋ ਬਹਰਹਾਲ ਮੈਂ ਫਿਰ ਮੈਨੂੰ ਸਮਝ ਲੱਗ ਗਈ ਕਿ ਕੰਮ ਲੰਮਾ ਹੈ, ਦੂਰ ਹੀ ਹੈ ਕਿ ਦੂਰ ਹੈ। ਉਹ ਸਵੇਰ ਉੱਠਿਆ, ਯਾਨੀ ਚੱਲਦਾ ਰਿਹਾ ਸਾਰੀ ਰਾਤ। 9-10 ਵਜੇ ਨਾਲ ਜੀ ਬੋਰਡ ਆਉਣੇ ਸ਼ੁਰੂ ਹੋ ਗਏ ਜੱਦੇ ਦੇ। ਉਹ ਫਿਰ ਮੈਂ ਜਿਹੜੇ ਰੋਡ 'ਤੇ ਲੱਗੇ ਹੁੰਦੇ ਨੇ ਉਹ ਮੈਂ ਪਹੁੰਚ ਗਿਆ। ਜੱਦੇ ਤੋਂ ਥੋੜ੍ਹਾ ਜਿਹਾ ਮੈਂ ਪਿੱਛੇ ਹਾਂ ਅਤੇ ਮੇਰਾ ਨਾ ਸੀਟ ਬੈਲਟ ਦਾ ਚਲਾਨ ਹੋ ਗਿਆ। ਹਾਂ, ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਮੈਂ ਜ਼ਿਹਨ 'ਚ ਸੋਚਿਆ ਕਿ ਇਹ ਜਿਹੜਾ ਪਹਿਲਾ ਟ੍ਰਿਪ ਹੈ ਨਾ, ਇਹ 1600 ਰਿਆਲ ਦਾ 800 ਮੈਂ ਅੱਲਾ ਦੀ ਰਾਹ 'ਚ ਦੇਣਾ। 816 ਦੀ ਰਾਹ ਅੱਲਾ, ਇਹ ਮੈਂ ਸ਼ੁਰੂ ਤੋਂ ਹੀ ਰੱਖਿਆ। ਵਾਹ ਵਾਹ, ਸਟਾਰਟਿੰਗ ਤੋਂ ਹੀ ਮੈਂ ਕਿਹਾ 800 ਜਿਹੜਾ ਮੈਂ ਅੱਲਾ ਦੀ ਰਾਹ ਦਾ 800 ਮੈਂ ਰੱਖਣਾ ਉਹਦੇ 'ਚ। ਅਤੇ ਉੱਥੇ ਡੀਜ਼ਲ ਦਾ ਖਰਚਾ ਕੋਈ ਨਹੀਂ ਸੀ, ਉਹ ਸਾਰਾ 150-200 ਦਾ ਡੀਜ਼ਲ ਲੱਗਣਾ ਸੀ, ਕਿਉਂਕਿ ਉਦੋਂ ਬਹੁਤ ਸਸਤਾ ਡੀਜ਼ਲ ਹੁੰਦਾ ਸੀ। ਮੈਂ ਕਿਹਾ 200 ਦਾ ਵੀ ਲੱਗ ਜੇ, 600 ਫਿਰ ਵੀ ਮੈਨੂੰ ਬਚ ਜਾਣਾ। 800 ਅੱਲਾ ਦੀ ਰਾਹ ਦਾ। ਉਹ ਜੱਦੇ ਤੋਂ ਪਹਿਲਾਂ ਹੀ ਨਾ ਮੇਰਾ ਸੀਟ ਬੈਲਟ ਦਾ ਚਲਾਨ ਹੋ ਗਿਆ 200 ਰਿਆਲ ਦਾ। 800 'ਚ 200 ਗਿਆ, ਮੇਰੇ ਵਾਲੇ 800 'ਚ 800 600 ਰਹਿ ਗਿਆ। ਚਲੋ ਉੱਥੋਂ ਉਤਾਰ ਕੇ ਮੈਂ ਵਾਪਸ ਨਿਕਲ ਆਇਆ। ਵਾਪਸ ਆਉਂਦਿਆਂ ਨਾ ਮੈਨੂੰ ਦਮਾਮ ਤੋਂ ਪਹਿਲੇ ਇੱਕ ਚੈੱਕ ਪੁਆਇੰਟ ਹੁੰਦੀ, ਉੱਥੇ ਆਇਆ ਅਤੇ ਉਹ ਪਿਛਲੀਆਂ ਲਾਈਟਾਂ ਬੰਦ ਹੋ ਗਈਆਂ ਸਨ, ਕਿਤੇ ਸੜ ਗਿਆ ਬਲਬ ਜਾਂ ਕੀ ਹੋਇਆ ਮੈਨੂੰ ਨਹੀਂ ਸੀ ਪਤਾ ਲੱਗਾ। ਉਹ ਚੈੱਕ ਪੁਆਇੰਟ ਤੋਂ ਉਹਨਾਂ ਮੈਨੂੰ ਚੈੱਕ ਕੀਤਾ, ਵੇਖਿਆ ਉਹਨਾਂ ਕਹਿੰਦੇ ਨਹੀਂ ਪਿਛਲੀਆਂ ਲਾਈਟਾਂ ਨਹੀਂ ਬਲਦੀਆਂ ਪਈਆਂ। ਹਾਲਾਂਕਿ ਮੈਂ ਨਵਾਂ ਸਾਂ ਉਦੋਂ, 6-7 ਮਹੀਨੇ ਹੋਏ ਨੇ। ਮੈਂ ਜਿਸ ਤਰ੍ਹਾਂ ਦੀ ਅਰਬੀ ਆਉਂਦੀ ਮੈਂ ਕਿਹਾ ਨਹੀਂ ਬਲਦੀਆਂ ਨੇ ਇਹ ਉਹ। ਮੈਂ ਗੱਲਬਾਤ ਕੋਸ਼ਿਸ਼ ਕੀਤੀ। ਉਹ ਮੈਂ ਪਾਰਕਿੰਗ ਇਸ਼ਾਰੇ ਲਾਏ ਸਨ, ਉਹ ਬਲਦੇ ਸਨ। ਜਦੋਂ ਪਾਰਕਿੰਗ ਇਸ਼ਾਰੇ ਲਾਓ ਪਿਛਲੇ, ਉਂਝ ਜਿਹੜੀਆਂ ਲਾਈਟਾਂ ਪਿਛਲੀਆਂ ਉਹ ਖਰਾਬ ਸਨ। ਉਹ ਮੈਂ ਪਾਰਕਿੰਗ ਇਸ਼ਾਰੇ ਲਾਏ, ਮੈਂ ਕਿਹਾ ਬਲਦੀਆਂ ਨੇ ਪਈਆਂ। ਉਹਨੇ ਕਹਿੰਦੀ ਇਹ ਪਾਰਕਿੰਗ ਇਸ਼ਾਰੇ ਬੰਦ ਕਰ ਸਾਂ, ਬੰਦ ਕੀਤੇ ਤੇ ਉਹ ਕੋਈ ਨਾ। ਚਲੋ 500 ਰਿਆਲ ਦਾ ਮੈਨੂੰ ਉਹ ਹੋ ਗਿਆ, ਉਹ ਜਿਹੜਾ ਨਾ ਚਲਾਨ ਹੋ ਗਿਆ। 100 ਅੱਗੇ ਗਿਆ, 100 ਰਹਿ ਗਿਆ। ਵਾਪਸ ਚਲੋ ਮੈਂ ਆ ਗਿਆ। ਮੈਂ ਕਿਹਾ ਯਾਰ ਚੰਗਾ ਕੰਮ। ਮੈਂ ਇੱਕ ਨਾ ਦਿਲ 'ਚ ਮੇਰੇ 'ਚ ਆਇਆ, ਮੈਂ ਕਿਹਾ ਜੋ ਬਚਣਾ ਸੀ ਉਹਦਾ ਅੱਧ ਮੈਂ ਆਖਿਆ ਸੀ, ਦਿਲ 'ਚ ਮੈਂ ਲਿਆਂਦਾ, ਮੈਂ ਉਹਦਾ ਅੱਧ ਕਰ ਲੈਨੇ। ਫਿਰ ਮੈਂ ਕਿਹਾ ਨਹੀਂ ਚੋਰੀ ਉਹਦੇ ਨਾਲ ਵੀ 800 ਕਿਹਾ ਹੀ ਹੁਣ 800। ਚਲੋ ਬਹਰਹਾਲ ਯਾਨੀ ਕਹਿਣ ਦਾ ਮਕਸਦ ਇਹ ਵੀ ਕਿ ਮੈਨੂੰ ਤਜਰਬਾ ਹੀ ਬਚਿਆ। ਉਹ ਵੀ ਨਾ ਬਚਿਆ, 100 ਕੋਲੂ ਲੱਗਾ। ਕੋ ਖਾਣਾ ਪੀਣਾ ਵੀ ਖਾਦਾ ਸੀ। ਨਹੀਂ 200 ਦਾ ਡੀਜ਼ਲ ਪਵਾਈਏ, 200 ਦਾ ਜੁਰਮਾਨਾ, 500 ਦਾ, 900 ਲੱਗ ਗਿਆ, 800 ਉਧਰ ਦੇ ਦਿੱਤਾ। 100 ਕੋਲੂ ਦੇ ਕੇ ਤਜਰਬਾ ਲਿਆ ਨਾ ਨਾਲ। 3 ਦਿਨ ਜਾਣ ਦਾ 3 ਦਿਨ ਆਉਣ ਦੇ। ਔਰ ਇਹ ਗੱਲ ਮੈਂ ਜਿੰਨੇ ਪੁੱਛਿਆ ਨਾ, ਮੈਂ ਕਿਹਾ ਮੈਨੂੰ ਬੱਚੇ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੇ ਨਾਲ ਆਇਆ ਹੋ ਗਿਆ। ਠੀਕ ਇਹ ਵੀ ਮੇਰੀ ਆਦਤ ਹੈ। ਠੀਕ ਹੈ, ਬੱਚੇ ਤਾਂ ਹੈ ਨਾ, ਉਹ ਤਾਂ ਅੱਲਾ ਤੈਨੂੰ ਦਿੱਤਿਆ ਤਾਂ 10 ਗੁਣਾ ਵਾਪਸੀ ਹੈ। ਨਹੀਂ ਵੈਸੇ ਵੀ ਮੇਰਾ ਇਸ ਤਰ੍ਹਾਂ ਇੱਥੇ ਵੀ ਹੋਇਆ। ਇੱਕ ਦਿਨ 'ਚ ਮੇਰਾ 1 ਕਰੋੜ ਦਾ ਨੁਕਸਾਨ ਹੋ ਗਿਆ, ਨਹੀਂ ਦੱਸਿਆ ਕਿਸੇ। ਅਲਹਮਦੁਲਿਲਾ, ਬਾਹਰ ਆਖਿਆ ਬਿਹਤਰੀਨ, ਕੋਈ ਗੱਲ ਨਹੀਂ। ਉਹ ਨਾ ਕਿਹੜਾ ਕਿਸੇ ਨੁਕਸਾਨ ਦੇ ਦੇਣਾ, ਕੋਈ ਨਹੀਂ ਆਪਣੇ 'ਚ ਹੋਣੀ ਚਾਹੀਦੀ ਯਾਰ। ਇਹ ਮੇਰਾ ਹੋਇਆ, ਮੈਂ ਕੱਲ ਪੂਰਾ ਕਰ ਲਾਂਗਾ।
ਕੋਈ ਗੱਲ ਨਹੀਂ, ਕਿਸੇ ਨੇ ਦੱਸਿਆ ਕਿਹੜਾ ਕੋਈ ਨੁਕਸਾਨ ਦੇ ਦਿੰਦਾ? ਨਹੀਂ ਹੁੰਦਾ, ਸਿਰਫ ਇਹ ਟੈਨਸ਼ਨ ਤੁਸੀਂ ਵਧਾਓਗੇ। ਹਾਂ ਵੀ ਇਹ ਵੀ ਇੱਕ ਚੀਜ਼ ਹੈ, ਘਰ ਭਾਵੇਂ ਤੁਸੀਂ ਸਾਦਾ ਪਾਣੀ ਪੀ ਕੇ ਆਓ ਨਾ, ਬਾਹਰ ਆ ਕੇ ਡਕਾਰ ਮਟਨ ਦਾ ਮਾਰੋ, ਵਾਹ ਪਤਾ ਲੱਗੇ ਯਾਰ ਠੀਕ ਹੈ ਬੰਦਾ। ਕਿਉਂਕਿ ਅਗਰ ਤੁਸੀਂ ਮਰੂ ਕਰੋਗੇ ਨਾ, ਉਹ ਇੱਕ ਤਾਂ ਤੁਹਾਡਾ ਚੀਜ਼ਾਂ ਲੈਣਗੇ, ਦੂਸਰਾ ਹਲਕੇ ਬਾਪ ਚ ਹੋਏਗਾ ਤੇ ਐਵੇਂ ਮਰੇ ਅੱਗੇ ਇਹਨੂੰ ਕੋਲ ਬਾ ਕੇ ਕੀ ਕਰਨਾ, ਇਹ ਤੇ ਸਾਨੂੰ ਵੀ ਲੈ ਜਾਏਗਾ, ਇਹ ਚੀਜ਼ ਹੁੰਦੀ। ਅੱਛਾ, ਉਹ ਨਾ ਤਜਰਬਾ ਮੈਨੂੰ ਹਾਸਲ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਨਾ ਸਿੱਖ ਗਿਆ, ਫਿਰ ਮੈਂ ਨਹੀਂ ਵੇਖਿਆ। ਹਾਂ, ਉਹ ਜਿਹੜਾ ਮੈਨੂੰ ਨੁਕਸਾਨ ਹੋਇਆ ਨਾ, ਔਰ 1400 'ਚ ਮੈਂ ਗਿਆ, ਯਾਨੀ 1600 'ਚ 200 ਨੇ ਮੇਰਾ ਵਧਾ ਦਿੱਤਾ। ਉਹਨਾਂ ਦਾ ਇੱਕ ਪ੍ਰੋਜੈਕਟ ਚੱਲਦਾ ਸੀ ਪਿਆ ਜੱਦੇ, ਦੂਸਰਾ ਚੱਲਦਾ ਸੀ ਪਿਆ ਜੁਬੇਲ। ਵੱਡੇ ਪ੍ਰੋਜੈਕਟਸ ਨੇ, ਯਾਨੀ ਆਇਲ ਪਲਾਂਟ ਬਣਾ ਰਹੇ ਸਨ, ਜਿਹੜੇ ਆਇਲ ਰਿਫਾਈਨਰੀਆਂ ਨਹੀਂ ਹੁੰਦੀਆਂ, ਉਹ ਬਣਾ ਰਹੇ ਸਨ, ਇੱਕ ਜੁਬੇਲ 'ਚ, ਇੱਕ ਸਊਦੀਆ। ਹੁਣ ਉਹਨਾਂ ਦਾ ਇਹ ਸੀ ਕਿ ਕੁਝ ਸਮਾਨ ਉੱਥੋਂ ਇੱਥੋਂ ਕੋ ਫਾਲਤੂ ਹੋਇਆ ਤੇ ਉੱਥੇ ਉਹ ਲੱਗਾ ਰਹਿੰਦਾ ਸੀ। ਉਸ ਤੋਂ ਬਾਅਦ ਐਸੀ ਮੇਰੀ ਉਹਨਾਂ ਨਾਲ ਸੈਟਿੰਗ ਹੋਈ, ਉਹ ਇੰਡੀਅਨ ਦੇ ਨਾਲ, 200 ਨੂੰ ਦੇ ਦਿੱਤਾ, ਮੈਂ 200 ਨੂੰ ਦੇ ਦਿੱਤਾ। ਉਹ ਮੈਂ ਇਹ ਕੰਮ ਭਾਵੇਂ ਤੁਸੀਂ 2 ਨੰਬਰ ਕਰੋ, ਲੇਕਿਨ ਤਰੀਕਾ 1 ਨੰਬਰ ਹੋਣਾ ਚਾਹੀਦਾ। ਐ ਹੁਣ ਸਮਗਲਿੰਗ ਹੁੰਦੀ ਨਾ, ਕੋਈ ਉਹਦੀ ਡਾਕੂਮੈਂਟੇਸ਼ਨ ਨਹੀਂ, ਕੋਈ ਕੁਛ ਨਹੀਂ, ਸਿਰਫ ਇਹ ਇਤਮਾਦ 'ਤੇ ਚੱਲਦਾ। ਅਰਬਾਂ ਦਾ ਬਿਜ਼ਨਸ ਹੁੰਦਾ ਉਸ ਵਾਸਤੇ ਕਿ ਜਿਹੜਾ ਤੁਸੀਂ ਕਮਿਟਮੈਂਟ ਕਰਦੇ ਹੋ ਨਾ ਕਿਸੇ ਨਾਲ, ਉਹ ਪੂਰੀ ਕਰੋ, ਭਾਵੇਂ ਤੁਹਾਨੂੰ ਨੁਕਸਾਨ ਹੈ ਜਾਂ ਫਾਇਦਾ। ਉਹਨੇ ਕੀ ਕੀਤਾ, ਉਹਨੇ ਮੈਨੂੰ ਕਹਿਣ ਲੱਗਾ 2 ਦਿਨ ਬਾਅਦ, ਫਿਰ ਉਹਨੇ ਮੈਨੂੰ ਕਾਲ ਕਰ ਦਿੱਤੀ, ਨੰਬਰ ਉਹਦੇ ਕੋਲ ਚਲਾ ਗਿਆ। ਉਹਨੇ ਕਿਹਾ ਫਿਰ ਇਹ ਫਲਾਣਾ ਸਮਾਨ ਲੈ ਕੇ ਜਾਣਾ ਉੱਥੇ। मैं क्या ठीक है। आंदा यार वो वापसी आप क्या कुछ लेके आए उधर से? मैं क्या नहीं। कहता मैं उत्थों तुहाडा तेरी सैटिंग करा देना इस किस्म का कि तू उत्थों भी जिहड़ा साडा समान होए करे ना वो भी लैके आया कर, यानी डबल। ठीक है, 16 और 16 32 हो गया, 32 ਉਹਦਾ 400 ਹੋ ਗਿਆ, ਉਹਦਾ 400 ਹੋ ਗਿਆ। ਮੈਂ ਕਿਹਾ ਯਾਰ ਇਹ ਤਾਂ ਸਭ ਤੋਂ ਉਹਨੇ ਕਰ ਦਿੱਤੀ। ਉਹ ਹਰ ਹਫਤੇ 'ਚ 2 ਫੇਰੇ ਮੇਰੇ ਲੱਗ ਜਾਣੇ ਕਰਨੇ। ਵਾਹ ਵਾਹ। ਯਾਨੀ 3 ਦਿਨ ਜਾਣ ਦੇ, 3 ਦਿਨ ਆਉਣ ਦੇ। ਨਹੀਂ, ਜਾਣ ਆਉਣ 3 ਦਿਨ। ਅੱਛਾ, ਜਾਣ 2 ਦਿਨ। ਫਿਰ ਮੈਂ 2 ਦਿਨ 'ਚ ਵੀ ਫਿਰ ਆਉਂਦਾ ਜਾਂਦਾ ਰਿਹਾ। ਉਹ ਪਹਿਲਾ ਦਿਨ ਸੀ ਨਾ, ਉਦੋਂ ਤਾਂ ਮੈਨੂੰ ਪਤਾ ਨਹੀਂ ਲੱਗਾ। ਠੀਕ ਹੈ, ਫਿਰ ਪੁੱਛਦੇ ਗਏ ਨਾ, ਪੁੱਛਦੇ ਉਹ ਤਾਂ ਮੈਨੂੰ ਲੱਗ ਗਏ। ਫਿਰ ਤਾਂ ਮੈਂ 1 ਦਿਨ ਜਾਣ ਤੇ 1 ਦਿਨ ਆਉਣ ਕਰਨਾ, ਹਫਤੇ 'ਚ ਮੈਂ 2 ਫੇਰੇ ਲਾ ਲੈਣੇ ਕਰਨੇ। ਠੀਕ ਹੈ। 6 ਮਹੀਨੇ ਮੈਂ ਨਾ ਸਹੀ ਉੱਡ ਕੇ ਲਾਏ, ਬੜੇ ਪੈਸੇ ਕਮਾਏ। ਯਾਨੀ 3200 ਦਾ ਮੇਰਾ 1 ਫੇਰਾ, ਹਫਤੇ 'ਚ 2 ਫੇਰੇ ਲੱਗ ਜਾਣੇ ਕਰਨੇ, 6000 ਯਾਨੀ 6400 ਤੇ 8 ਫੇਰੇ ਮਹੀਨੇ 'ਚ ਲੱਗਣ। ਇਹ ਤਾਂ ਬੜੀ ਦੂਰ ਗੱਲ ਗਈ। 6 ਮਹੀਨੇ ਬਾਅਦ ਫਿਰ ਮੈਂ ਇੱਕ ਹੋਰ ਗੱਡੀ ਲੈ ਲਈ। ਉਹ ਫਿਰ ਕੰਪਨੀ ਦੇ ਵਿੱਚ ਨਾ ਮੈਨੂੰ ਐਗਰੀਮੈਂਟ ਇੱਕ ਮਿਲ ਗਿਆ। ਫਿਰ ਮੈਂ ਥੱਕ ਗਿਆ ਥੋੜ੍ਹਾ, ਦੌੜਾਂ ਲਾ ਕੇ, ਜਦੋਂ ਨਾਲੇ ਮਾਲ ਆ ਜਾਏ ਨਾ ਕੋਲ, ਨਜ਼ਾਕਤ ਆ ਜਾਂਦੀ ਹੈ, ਥਕਾਵਟ ਜ਼ਿਆਦਾ ਹੁੰਦੀ, ਨਜ਼ਾਕਤ ਆ ਜਾਂਦੀ ਹੈ। ਉਹ ਫਿਰ ਮੈਂ ਨਾ ਜੁਬੇਲ ਸ਼ਹਿਰ ਦੇ ਵਿੱਚ ਹੀ ਨਾ ਇੱਕ ਕੰਪਨੀ ਨਾਲ ਐਗਰੀਮੈਂਟ ਕਰ ਲਿਆ, 8000 ਮੰਥਲੀ। ਯਾਨੀ ਡੀਜ਼ਲ ਵੀ ਉਹਨਾਂ ਦਾ, ਖਾਣਾ ਪੀਣਾ ਵੀ ਉਹਨਾਂ ਦਾ। 2 ਗੱਡੀਆਂ ਹੋ ਗਈਆਂ, ਦੋਵੇਂ ਉੱਥੇ ਲਾਈਆਂ, 16000 ਆ ਰਿਹਾ। ਉਹ ਔਰ ਗੱਡੀ ਵੀ ਖ਼ਰਾਬ ਨਹੀਂ ਹੁੰਦੀ, ਕੋਈ ਮਸਲਾ ਹੀ ਨਹੀਂ। ਅਤੇ ਘਰ ਦੇ ਘਰ ਵੀ ਇੱਕ ਤਾਂ ਡਰਾਈਵਰ ਬਿਠਾਇਆ, ਇੱਕ ਤਾਂ ਮੈਂ ਵੀ ਹੋ ਗਿਆ। ਅਗਲੇ 6 ਮਹੀਨੇ ਬਾਅਦ ਮੈਂ ਇੱਕ ਹੋਰ ਲੈ ਲਈ। ਉਹ ਫਿਰ ਪੈਸੇ ਜ਼ਿਆਦਾ ਕਮਾਉਣ ਲੱਗ ਪਿਆ। ਫਿਰ ਭਾਈ ਸੀ ਮੇਰਾ ਬਿਨ ਲਾਦਨ 'ਚ, ਉਹਨੂੰ ਮੈਂ ਉੱਥੇ ਬੁਲਾਇਆ। ਬਿਨ ਲਾਦਨ 'ਚੋਂ ਉਹਦਾ ਟ੍ਰਾਂਸਫਰ ਕਰਾ ਕੇ ਆਪਣੇ ਨਾਲ ਲਿਆ। ਇੱਕ ਤਾਂ ਉਹਨੂੰ ਬਿਠਾਇਆ, ਫਿਰ ਇੱਕ ਦੂਸਰਾ ਹੋਰ ਭਾਈ ਸੀ, ਉਹਨੂੰ ਮੈਂ ਬੁਲਾਇਆ। ਅਲਹਮਦੁਲਿਲਾ, ਯਾਨੀ 2-2.5 ਸਾਲ 'ਚ ਮੇਰੇ ਕੋਲ 5 ਗੱਡੀਆਂ ਹੋ ਗਈਆਂ ਉੱਥੇ। ਠੀਕ ਹੈ। ਉਹ ਫਿਰ 5 ਗੱਡੀਆਂ ਅਗਰ ਉੱਥੇ ਜਿਹੜੇ ਬੰਦੇ ਕੋਲ ਹੋਣ ਨਾ, ਉਹ 18000 ਜਿਹੜਾ ਇੱਥੋਂ ਲਿਆ ਸੀ, ਉਹਦੇ ਨਾਲ 5 ਗੱਡੀਆਂ। 5 ਗੱਡੀਆਂ। ਠੀਕ ਹੈ। ਹਾਂ, ਤੇ ਨਹੀਂ 18 ਨੀਰਾ ਇੱਥੋਂ ਨਹੀਂ ਸੀ ਲਿਆ, ਮੈਂ ਆਪਣੇ ਵੀ ਪਾਏ ਹਨ। ਇਹ ਫਿਰ ਮੈਂ ਭੇਜ ਦਿੱਤੇ ਹਨ ਜਲਦੀ ਵਾਪਸ। ਭੇਜ ਦਿੱਤੇ? ਘਰ ਦਿਨ ਮੈਂ ਵਾਪਸ ਕਰਤੇ। ਫੋਨ ਚੁੱਕ ਲਿਆ ਸੀ? ਨਹੀਂ, ਉਹ ਫਿਰ ਕੁਛ ਦੇਰ ਬਾਅਦ ਹੋ ਗਿਆ, ਲੇਕਿਨ ਕਰ ਲਿਆ ਹਨ ਸੈਟਿੰਗ। ਅਗਾਮੀ 5 ਗੱਡੀਆਂ ਹੋ ਗਈਆਂ। 5 ਗੱਡੀਆਂ। ਉਸ ਤੋਂ ਬਾਅਦ ਜੀ ਮੈਂ 2017 'ਚ 13 ਤੇ 5 18 ਨਹੀਂ 18 'ਚ ਮੈਂ ਆਇਆ ਪਾਕਿਸਤਾਨ। ਮੈਂ ਗਿਆ ਉੱਥੇ, ਸਾਡਾ ਟਰਾਂਸਪੋਰਟ ਦਾ ਕੰਮ ਬਣ ਗਿਆ ਅੱਛਾ ਖਾਸਾ, ਭਾਈ ਉੱਥੇ ਸੰਭਾਲਣ ਲੱਗ ਪਏ। ਮੈਂ ਗਿਆ ਹੁਣ ਇੱਥੇ ਵੀ ਸ਼ੁਰੂ ਕਰੀਏ। ਇੱਥੇ ਆ ਕੇ ਮੈਂ ਲਏ 2 ਡੰਪਰ। ਇਹ ਡੰਪਰ ਟਰੱਕ ਨਹੀਂ ਹੁੰਦੇ। ਮੈਂ ਉੱਥੇ ਦਾ ਗਿਜਿਆ ਹਾਂ। ਉੱਥੇ ਮਾਰੋ ਮਾਰ ਤੇ ਪੁਲਿਸ ਤੇ ਇਹ ਕੋਈ ਚੱਕਰ ਨਹੀਂ ਸੀ, ਖਰਾਬੀਆਂ ਤੇ ਡਰਾਈਵਰਾਂ ਦੇ ਝੂਠ, ਉਹ ਕੋਈ ਨਹੀਂ ਸਨ। ਇੱਥੇ ਬੜਾ ਕੰਮ ਖਰਾਬ ਹੋਇਆ। ਉਹ 1 ਸਾਲ ਦੇ ਮੈਂ ਆਇਆ ਤੇ 4 ਮਹੀਨੇ ਵਾਸਤੇ ਮੈਂ ਕਿਹਾ ਇੱਥੇ ਸੈਟਿੰਗ ਕਰਕੇ ਤੇ ਹੈਂਡ ਓਵਰ ਕਰ ਦਿਆਂਗਾ ਦੂਸਰੇ ਕਜ਼ਨ ਨੂੰ, ਉਹ ਸੰਭਾਲੇਗਾ ਤੇ ਅੱਗੋਂ ਇਹਨੂੰ ਵੀ ਵਧਾਵਾਂਗੇ ਕੰਮ। ਲੇਕਿਨ ਮੈਂ ਨਾ 6 ਮਹੀਨੇ ਮੇਰੇ ਲੰਘ ਗਏ, ਕੰਮ ਦੀ ਕੋਈ ਤਰਤੀਬ ਨਹੀਂ। ਇਨਵੈਸਟਮੈਂਟ ਵੀ ਕਾਫੀ ਕੀਤੀ, ਕਿਉਂਕਿ ਉਦੋਂ 70-80 ਲੱਖ ਰੁਪਏ ਦਾ ਇੱਕ ਸੀ, 2 ਲਏ ਸਨ।
ਉਹ ਸਾਲ ਬਾਅਦ ਨਾ ਉਧਾਰ ਹੀ ਵੇਚ ਦਿੱਤੇ, ਹਜੇ ਤੱਕ ਪੈਸੇ ਲੈਣੇ ਨੇ ਉਹਦੇ, ਕੁਛ ਅੱਧੇ ਪਸੱਧੇ ਲੱਭੇ ਨੇ, ਕੁਛ ਮੈਂ ਲੈਣ ਹੀ ਨਹੀਂ ਗਿਆ, ਦਫਾ ਕਰੋ। ਉਹ ਫਿਰ ਇੱਥੇ ਇੱਕ ਮੇਰਾ ਨਾ ਦੋਸਤ ਸੀ, ਉਹ ਜਦੋਂ ਨੁਕਸਾਨ ਹੋਇਆ ਨਾ ਇਹਨਾਂ 'ਚੋਂ ਡੰਪਰਾਂ 'ਚੋਂ ਕਾਫੀ ਨੁਕਸਾਨ ਹੋਇਆ, ਅਤੇ ਉਹ ਥੋੜ੍ਹਾ ਕੰਮ ਵੀ ਡਾਊਨ ਹੋ ਗਿਆ। ਮੈਂ ਬਾਹਰ ਵਾਲੇ ਭਾਈਆਂ ਨੂੰ ਕਿਹਾ, ਮੈਂ ਕਿਹਾ ਉਹਨਾਂ ਕੋਲ ਪੈਸੇ ਨਹੀਂ ਲਾਣੇ, ਮੈਂ ਹੁਣ ਇੱਥੇ ਫਿਰ ਕੁਝ ਨਵਾਂ ਸੋਚਣਾ ਪਿਆ ਕਿ ਮੈਂ ਕੀ ਕਰਾਂ ਜਿਹੜਾ ਨਾ, ਕਿਉਂਕਿ ਬਾਹਰੋਂ ਵੀ ਮੈਂ ਰਹਿ ਗਿਆ ਹੀ ਨਾ, ਉਹ ਵੀਜ਼ਾ ਐਕਸਪਾਇਰ ਹੋ ਗਿਆ ਇੱਥੇ ਇਸੇ ਚੱਕਰਾਂ 'ਚ। ਮੈਂ ਦੂਸਰਾ ਸੋਚਿਆ ਮੈਂ ਉੱਥੇ ਹੈ ਹੀ ਨਾ, ਆਪੇ ਕਰ ਲੈਣਗੇ ਕੋਈ ਮਸਲਾ। ਉਹ ਇੱਕ ਨਾ ਦੋਸਤ ਹੈ ਮੇਰਾ, ਉਹ ਮੇਰੇ ਕੋਲ ਆਇਆ, ਮੈਨੂੰ ਕਹਿਣ ਲੱਗਾ ਕਿ ਇੱਕ ਜਗ੍ਹਾ ਹੈ 10.5 ਏਕੜ, ਸਾਡੇ ਕਰੀਬ ਹੀ ਸੀ, ਅਤੇ ਉਹ ਮਿਲਦੀ ਪਈ ਹੈ ਬੜੀ ਸਸਤੀ, ਸਿਆਲਕੋਟ ਸ਼ਹਿਰ ਦੇ ਨੇ ਬੰਦੇ, ਉਹਨਾਂ ਦੀ ਉਹ ਜਗ੍ਹਾ ਹੈ, ਅਤੇ ਕਬਜ਼ਾ ਹੋਇਆ ਉਹਦੇ 'ਤੇ। ਅਮੂਮਨ ਛੱਕੇ ਇੱਥੇ ਵੀ ਪ੍ਰਾਪਰਟੀਆਂ 'ਚ ਹੀ ਲੋਕਾਂ ਦੇ ਲੱਗੇ ਨੇ। ਮੇਰੇ ਕੋਲ 4-5 ਲੱਖ ਰੁਪਇਆ ਸੀ ਉਸ ਟਾਈਮ। ਮੈਂ ਕਿਹਾ ਯਾਰ ਚਲੋ, ਮੈਂ ਕਿਹਾ ਲੈ ਲੈਂਦੇ, ਕੋਈ ਗੱਲ ਨਹੀਂ। ਉਹ ਜਦੋਂ ਮੈਂ ਚੈੱਕ ਕੀਤਾ ਨਾ, ਮੈਂ ਕਿਉਂਕਿ ਜ਼ਿਮੀਂਦਾਰ ਘਰ ਦਾ ਬੰਦਾ ਹਾਂ, ਮੈਂ ਸਮਝਣਾ ਹਾਂ ਥੋੜ੍ਹਾ। ਮੇਰਾ ਇੱਕ ਦੋਸਤ ਵਕੀਲ ਸਨ, ਉਹਨੂੰ ਮੈਂ ਕਿਹਾ ਯਾਰ ਇਹ ਵੇਖ। ਉਹਨੇ ਕਿਹਾ ਜਗ੍ਹਾ 10.5 ਏਕੜ ਦਾ ਹੀ ਖਾਤਾ ਹੈ, ਖੇਵਟ ਹੀ ਏਡਾ ਹੈ, ਅਤੇ ਜਿਨ੍ਹਾਂ ਕਬਜ਼ਾ ਕੀਤਾ ਉਹਨਾਂ ਦੇ ਵਿੱਚ ਕੋਈ ਅਮਲ ਦਖਲ ਨਹੀਂ, ਪੈਰ ਹੀ ਕੋਈ ਨਹੀਂ ਉਹਨਾਂ ਦਾ, ਕੋਈ ਗੱਲ। 10.5 ਏਕੜ ਦਾ ਖੇਵਟ ਸੀ, ਸਾਰਾ ਇਹਨਾਂ ਦਾ ਵੈ, ਸਾਰਾ ਹੀ ਉਹ ਵਿੱਚੋਂ ਵੈਸੇ ਮਾਈਨਸ ਹੋ ਮਾਈਨਸ, ਉਹ ਸਿਰਫ ਉਹਨਾਂ ਨੇ ਠੇਕੇ 'ਤੇ ਲਈ, ਅਤੇ ਬਾਅਦ 'ਚ ਠੇਕਾ ਵੀ ਨਹੀਂ ਦਿੰਦੇ ਅਤੇ ਕਬਜ਼ਾ ਵੀ। ਮੈਂ ਕਿਹਾ ਚਲੋ ਇਹ ਛਡਾ ਲਾਂਗੇ। ਉਹਨਾਂ ਨਾਲ ਸੌਦਾ ਹੋ ਗਿਆ ਜੀ 17 ਲੱਖ ਰੁਪਏ ਏਕੜ। 17 ਲੱਖ ਰੁਪਏ ਏਕੜ, ਠੀਕ ਹੈ, ਯਾਨੀ ਕਿ 1 ਕਰੋੜ 70 ਲੱਖ ਰੁਪਏ ਦੀ 10 ਏਕੜ। ਹਾਂ 10 ਏਕੜ, ਕੋਲ 4-5 ਲੱਖ, 4-5 ਲੱਖ ਰੁਪਇਆ। ਠੀਕ, ਮਾਸ਼ਾਅੱਲਾ। ਉਹ ਨਾ ਮੈਨੂੰ ਕਹਿਣ ਲੱਗਾ ਕਮ ਅਜ਼ ਕਮ 10 ਲੱਖ ਰੁਪਇਆ ਦੇ ਇਹਨਾਂ ਨੂੰ ਦਈਏ, ਉਹਨਾਂ ਨੂੰ ਪਤਾ ਤਾਂ ਲੱਗੇ ਮੈਨੂੰ। ਮੈਂ ਕਿਹਾ ਯਾਰ ਇੰਨੇ ਕੁ ਹੈ ਮੇਰੇ ਕੋਲ, ਦੇ। ਉਹਨੇ ਕਿਹਾ ਨਹੀਂ 10। ਮੇਰਾ ਬ੍ਰਦਰ ਇਨ ਲਾ ਹੈ, ਉਹਨੂੰ ਮੈਂ ਕਿਹਾ ਕੋਈ ਪੈਸੇ 5-4 ਲੱਖ ਪਿਆ ਹੀ ਕੋਲ, ਉਹਨੇ ਕਿਹਾ ਹੈ ਭਾਈ। ਮੈਂ ਚੱਲ ਲੈ ਗਿਆ। ਉਹ ਮੈਂ ਗਿਆ ਤਾਂ ਸਾਲਾ ਸਾਹਿਬ ਜਾਂ ਬੈਨੋਈ ਸਾਹਿਬ? ਨਹੀਂ ਸਾਲਾ ਸਾਹਿਬ, ਠੀਕ। ਹਾਂ। ਉਹਨੇ ਕਿਹਾ ਹੈ ਮੇਰੇ ਕੋਲ। ਮੈਂ ਕਿਹਾ ਚੱਲ ਦੇ। ਉਹਦੇ ਕੋਲ ਮੈਂ ਲੈ ਆ। ਹੁਣ 10 ਲੱਖ ਰੁਪਇਆ ਉਹਨਾਂ ਨੂੰ ਤਾਂ ਮੈਂ ਦੇ ਦਿੱਤਾ। ਇਹ ਜਿਹਨੇ ਲੈ ਕੇ ਦਿੱਤੀ ਸੀ ਨਾ, ਇੱਥੇ ਗੱਲ ਹੁਣ ਸੁਣਨ ਵਾਲੀ ਹੈ ਕਿ ਕਿਹੜੇ ਬੰਦੇ ਕਾਮਯਾਬ ਹੁੰਦੇ ਨੇ। ਇਹਦੇ ਨਾਲ ਮੇਰਾ ਮੁੱਕਿਆ ਸੀ 2 ਲੱਖ ਰੁਪਇਆ ਕਮਿਸ਼ਨ। ਹੁਣ ਮੇਰੇ ਕੋਲ 2 ਲੱਖ ਰੁਪਇਆ ਕੋਈ ਨਹੀਂ ਸੀ ਉਸ ਟਾਈਮ ਮੌਕੇ 'ਤੇ। ਮੈਂ ਇਹਨੂੰ ਗਿਆ, ਮੈਂ ਕਿਹਾ ਬਿਆਨਾ ਸ਼ਿਆਨਾ ਮੈਂ ਕਰ ਲਿਆ, ਤੂੰ ਇਸ ਤਰ੍ਹਾਂ ਕਰ, ਕੋਈ ਪੈਸਾ ਨਾ ਦੇ, ਜੋ ਪ੍ਰੋਫਿਟ ਆਏਗੀ ਤੀਸਰਾ ਹਿੱਸਾ ਤੇਰਾ। ਠੀਕ ਹੈ। ਉਹ ਕਵੇ ਨਾ ਭਾਈ, ਮੈਂ ਇਸ ਵਾਸਤੇ ਕਹਿ ਰਿਹਾ ਹਾਂ ਕਿ ਮੈਂ ਕੋਈ ਲੱਖ ਦੋ ਮੇਰੇ ਕੋਲ ਵੀ ਜੇਬ 'ਚ ਹੋਣਾ ਚਾਹੀਦਾ। ਕੋਈ ਪੁਲਿਸ ਨੂੰ ਕੋਈ ਅੱਗੇ ਪਿੱਛੇ ਜ਼ਾਹਰ ਮਾਮਲਾ ਹੋਇਆ, ਜਦੋਂ ਕਬਜ਼ਾ ਛਡਾਉਣਾ, ਕੋਈ ਰੌਲਾ ਬਣਨਾ, ਅਤੇ ਉੱਥੇ ਚਾਹੀਦੇ ਨੇ, ਅਤੇ ਮੇਰੇ ਕੋਲ ਦੇ ਜਿਹੜਾ 10 ਹੈ ਸੀ ਮੈਂ ਉੱਥੇ ਦੇ ਬੈਠਾ, ਅਤੇ ਇਹਨੂੰ ਮੈਂ ਕਿੱਥੋਂ ਦਿਆਂਗਾ। ਉਹ ਆਖੇ ਨਾ ਭਾਈ ਮੈਂ 2 ਲੱਖ ਰੁਪਇਆ ਲੈਣਾ ਹੀ ਲੈਣਾ, ਮੈਂ ਨਹੀਂ ਤੀਸਰਾ ਹਿੱਸਾ ਪ੍ਰੋਫਿਟ ਲੈਣਾ। ਬੜੇ ਮੈਂ ਲੱਤ ਮਾਰ ਦਿੱਤੀ ਆਪਣੇ ਨਸੀਬ ਨੂੰ, ਆਪਣੇ ਨਸੀਬ ਨੂੰ। ਉਹ ਜਨਾਬ ਚਲੋ ਬਹਰਹਾਲ ਮੈਂ ਫਿਰ ਉਹਨੂੰ ਆਪਣੇ ਬ੍ਰਦਰ ਇਨ ਲਾ ਨੂੰ ਕਿਹਾ, ਮੈਂ ਕਿਹਾ ਯਾਰ ਕੋਈ 2-3 ਲੱਖ ਰੁਪਇਆ ਹੋਰ ਦੇ। ਉਹਨੇ ਹੋਰ ਦੇ ਦਿੱਤਾ। ਉਹਦੇ 'ਚ 2 ਲੱਖ ਰੁਪਇਆ ਮੈਨੂੰ ਦੇ ਕੇ ਫਰਕ ਕੀਤਾ। 5 ਤੋਂ 6 ਦਿਨ ਗੁਜ਼ਰੇ, ਇਹ ਹੀ ਦਿਨ ਸਨ ਅੱਜ ਕੱਲ੍ਹ ਦਿਨ। ਉਦੋਂ ਹੀ ਇਹ 2000 ਗਲਬਨ 19 ਦੀ ਗੱਲ ਹੈ, 19 ਇਹ ਹੀ ਦਿਨ ਸਨ। ਮੈਨੂੰ ਫੋਨ ਆਇਆ ਕਿ ਉਹ ਜਿਹੜੀ ਜ਼ਮੀਨ ਨਾ, ਮੈਂ ਉਹ ਜਿਹੜੇ ਪਿੰਡ ਦੀ ਜ਼ਮੀਨ ਸੀ ਨਾ, ਉੱਥੋਂ ਦਾ ਮੇਰਾ ਦੋਸਤ ਸੀ, ਉਹਨੂੰ ਮੈਂ ਦੱਸ ਦਿੱਤਾ ਕਿ ਇਸ ਤਰ੍ਹਾਂ ਕਰ ਲਿਆਦਾ ਹੈ ਬੰਦੇ ਜ਼ਮੀਨ ਨਾ ਵਾਣ, ਅਗਰ ਵਾਹੁੰਦੇ ਨੇ ਤਾਂ ਤੂੰ ਸਾਨੂੰ ਦੱਸਣਾ, ਅਸੀਂ ਤਿਆਰੀ ਪੇ ਕਰਨੇ, ਅਸੀਂ ਖੁਦ ਵਾਣੀ ਹੈ। ਜ਼ਮੀਨ ਫਾਰਗ ਸੀ, ਕਿਉਂਕਿ ਜੋ ਹੀ ਗੰਦਮ ਕਟਾਈ ਹੁੰਦੀ ਨਾ, ਉਸ ਤੋਂ ਬਾਅਦ ਟਾਈਮ ਲਈ ਛੋੜ ਦਿੱਤਾ ਜਾਂਦਾ। ਯਾਨੀ ਅੱਜ ਤੋਂ ਕੋਈ 10-15 ਦਿਨ ਪਿੱਛੇ ਕਰ ਲਓ, ਜਿੰਨੀ ਦੇਰ ਬੋਲੀ ਛੋਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਮਾੜੇ ਜਿਹੇ ਜੱਟ ਨਾ ਕਹਿ ਲੁੱਚ ਦੇ ਦਈਏ। ਉਹ ਨਾ ਮੈਨੂੰ ਫੋਨ ਆ ਗਿਆ, ਉਹਨਾਂ ਕਿਹਾ ਸੀ ਜ਼ਮੀਨ ਵਾਹੁੰਦੇ ਨੇ। ਮੈਂ ਕਿਹਾ ਠੀਕ ਹੈ, ਅਸੀਂ ਨਾ ਤਿਆਰੀ ਸ਼ਿਆਰੀ ਕਰ ਦਿਆਂਗੇ, ਇਹਨਾਂ ਨੂੰ ਡੱਕਣਾ ਜਾ ਕੇ। ਕੋਈ 2 ਘੰਟੇ ਸਾਨੂੰ ਲੱਗ ਗਏ, ਆਪਣੇ ਟਰੈਕਟਰ 3 ਰੈਡੀ ਕੀਤੇ। ਇੱਥੋਂ ਤਕਰੀਬਨ ਕੋਈ 15 ਕੁ ਮਿੰਟ ਦਾ ਰਸਤਾ ਆ। ਉੱਥੇ ਜਾਣ ਤੱਕ ਉਹਨਾਂ ਨਾਲ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ, ਅਤੇ ਵੱਤਰ ਸੀ। ਪਹਿਲੀ ਬਾਰਿਸ਼ ਤੋਂ 2-3 ਦਿਨ ਬਾਅਦ ਨਾ ਵੱਤਰ ਹੁੰਦੀ ਸੀ। ਉਹਨਾਂ ਉਹ ਮਕਈ ਬੀਜਣੀ ਸੀ, 7 ਕਿੱਲੇ ਉਹਨਾਂ ਵਾਹ ਦਿੱਤੀ। ਅਸੀਂ ਗਏ, ਜਾ ਕੇ ਦਾਬਾ ਮਾਰਿਆ, ਕੱਲ ਸਿੱਧੀ ਤੁਹਾਡੇ ਨਾਲ ਕਰਾਂਗੇ। ਉਹ ਜਿਹੜਾ ਵਾਹੁੰਦਾ ਸੀ ਪਿਆ, ਕੋਈ ਕਿਤੋਂ ਉਹਨਾਂ ਬੁਲਾਇਆ ਸੀ ਟਰੈਕਟਰ ਵਾਲਾ, ਉਹ ਨੱਸ ਗਿਆ ਟਰੈਕਟਰ ਲੈ ਕੇ। 7 ਕਿੱਲੇ ਉਹਨਾਂ ਵਾਏ ਸਨ, ਉਹਦੇ 'ਚ ਬੀਜ ਸੁੱਟਣਾ ਸ਼ੁਰੂ ਕਰ ਦਿੱਤਾ ਬੰਦੇ। ਬਾਕੀ ਰਹਿ ਗਏ ਸਨ 3 ਏਕੜ, ਉਹ ਅਸਾਂ ਘੰਟੇ 'ਚ ਵਾਹ ਛੜੇ। ਵਾਹ ਕੇ ਅਸੀਂ ਸਾਰੀ ਨਾ ਉਹਨਾਂ ਦੇ ਸਿੱਧੇ ਪੱਧਰੇ ਹੁੰਦਿਆਂ ਸਾਰੀ ਵਾਹ ਕੇ ਬੀਜ ਦਿੱਤੀ ਮਕਈ।
ਠੀਕ ਹੈ। ਉਸ ਤੋਂ ਬਾਅਦ ਉਹਦਾ ਹਰ ਥਾਣੇ ਫੋਨ ਸੁਣ ਗਿਆ ਸਾਰਾ। ਥਾਣੇ ਦੇ ਵਿੱਚ ਹਾਂ ਜਾ ਕੇ ਕਿਹਾ ਕਿ ਮੈਂ ਕਿਹਾ ਜੀ ਇਹ ਵੇਖੋ, ਮੈਂ ਲਿਖਾ ਲਈ ਸੀ ਨਾ ਸਟਾਂਪ ਬਿਆਨਾ ਲਿਖਾ ਲਿਆ। ਮੈਂ ਕਿਹਾ ਜੀ ਮੈਂ ਖਰੀਦੀ, ਇਹਨਾਂ ਕੋਲ ਕੋਈ ਚੀਜ਼ ਹੈ ਤੇ ਪੇਸ਼ ਕਰਨ ਦਾ ਪੇਸ਼ ਕਰਨ ਜੀ ਵਿਡਰਾ ਕਰ ਜਾਂਦੇ ਆ, ਮੁਸ਼ਤਰਕਾ ਖਾਤਾ ਹੈ ਫਿਰ ਵੀ ਛੱਡ ਦਿੰਦੇ ਆ ਜਾਂ ਕੋਈ ਵੀ ਇੱਕ ਲੈ ਆਉਣ, ਉਹਨਾਂ ਕੋਲ ਐਂ ਕੁਛ ਨਹੀਂ ਸੀ। ਠੀਕ ਹੈ। ਉਹ ਡੇਰਾ ਡੂਰਾ ਵੀ ਬਣਿਆ ਸੀ, ਉੱਥੋਂ ਉਹਨਾਂ ਦੇ ਮੱਝਾਂ ਕੱਢੀਆਂ, ਰਾਹ ਬਾਹਰ ਕੱਢ ਕੇ ਆਪਣੀਆਂ ਉੱਥੇ ਬੰਨ ਲਈਆਂ। ਉਹ ਜਦੋਂ ਉਹ ਸਾਰਾ ਕਬਜ਼ਾ ਹੋ ਗਿਆ ਨਾ, ਉਸ ਤੋਂ 3-4 ਦਿਨ ਬਾਅਦ ਉਹਦੇ ਹਮਸਾਏ ਉੱਥੇ ਹੀ ਸਨ। ਉਹਨਾਂ ਦੀ ਜ਼ਮੀਨ ਸੀ, ਜੱਟ ਸਨ, ਉਹ ਵੀ ਘੁੰਮਣ। ਉਹ ਮੈਨੂੰ ਕਹਿਣ ਲੱਗੇ ਕਿ ਯਾਰ 3.5 ਏਕੜ ਹੈ ਜਿਹੜੀ ਜ਼ਮੀਨ ਇਹਨਾਂ ਸਾਡੇ ਵਿੱਚ ਪੈਂਦੀ ਹੈ, ਇਹ ਸਾਨੂੰ ਲਾਜ਼ਮੀ ਦੇ ਦੇ, ਹੋਰ ਭਾਵੇਂ ਦੇ ਨਾ ਦੇ। ਮੈਂ ਤਾਂ ਸਾਰੀ ਵੇਚਣੀ, ਮੈਂ ਪੈਸੇ ਕਿੱਥੋਂ ਦੇਣੇ ਹਨ ਉਹਨਾਂ ਨੂੰ। ਮੈਂ ਕਿਹਾ ਯਾਰ ਇਹ 3.5 ਕਿੱਲੇ ਮੈਂ ਨਹੀਂ ਦੇਣੀ, ਨਾ ਵੇਚ ਦਿੱਤੀ। ਮੈਂ ਕਿਹਾ ਤੇ ਮੈਂ ਰੱਖਣੀ। ਉਹ ਸਿਫਾਰਸ਼ਾਂ ਮੈਨੂੰ ਬੜੀਆਂ ਪਵਾਈਆਂ। ਚਲੋ ਆਉਂਦੇ ਉਹਨਾਂ ਨਾਲ ਗੱਲ ਬੰਦ। 3 ਲੱਖ ਤੋਂ ਏਕੜ ਸੌਦਾ ਹੋ ਗਿਆ। ਮੈਂ ਕਿਹਾ ਪੈਸੇ ਮੈਂ ਨਗਦ ਲੈਣੇ ਨੇ। ਠੀਕ, ਉਹਨਾਂ ਕਿਹਾ ਜੀ ਸਾਰੀ ਨਗਦ। 1 ਕਰੋੜ 5 ਲੱਖ ਕੱਢ ਲਿਆ। ਹਾਂ, ਉਹ ਕੱਢ ਕੇ ਨਾ ਤੇ ਸਾਹਿਬ ਠੀਕ ਹੈ ਚੂਸਾ ਮੇਰਾ? ਹਾਂ ਨਹੀਂ ਬਿਹਤਰੀਨ, ਤੁਸੀਂ ਲੱਗਦਾ ਕਿਤੇ ਹਿਸਾਬ ਦੇ ਟੀਚਰ ਰਹੇ ਹੋ। ਅੱਛਾ ਜੀ। ਅੱਛਾ, ਉਹ ਮੈਂ ਪਿੱਛੇ ਪੈਸੇ ਦਿੱਤੇ, 1 ਕਰੋੜ 5 ਲੱਖ ਹੋਰ ਦੇ ਦਿੱਤਾ। ਹਾਂ, ਯਾਨੀ 1 ਕਰੋੜ 5 ਲੱਖ ਵਿੱਚੋਂ ਕੋ ਰੱਖ ਲਿਆ ਆਪਣਾ ਖਰਚਾ, ਰੱਖ ਲਿਆ ਕੁਝ ਰੱਖਿਆ, ਬਾਕੀ ਉਹਨਾਂ ਨੂੰ ਰਜਿਸਟਰੀ ਕਰਾ ਕੇ ਦਿੱਤੀ ਨਾ। ਠੀਕ ਹੈ। ਬਾਕੀ ਉਹ 3 ਕਿੱਲਿਆਂ ਦੇ ਪਿੱਛੇ ਕਲੀਅਰ ਕੀਤੇ ਨਾ, ਉਹਨਾਂ ਨੂੰ ਰਜਿਸਟਰੀ ਕਰਾ ਕੇ ਦਿੱਤੀ। ਕੁਛ ਆਪਣੇ ਹੋਰ ਦਿੱਤਾ ਬਿਆਨਾ, ਉਹਨਾਂ ਨੂੰ ਇੱਕ ਸਟੈਂਪ ਹੋਰ ਲਹਾਇਆ। ਉਹ 20-30 ਲੱਖ ਮੈਂ ਕੋਲ ਵੀ ਰੱਖ ਲਿਆ। ਉਹ ਹੁਣ ਜਿਹਨੂੰ ਨਾਲ 2 ਲੱਖ ਉਹ ਆਖੇ ਮੇਰਾ ਤੇਰਾ ਤੂੰ ਕਹਿਣਾ ਹੈ ਕਿ ਤੀਸਰਾ ਹਿੱਸਾ ਤੇਰਾ। ਮੈਂ ਕਿਹਾ ਨਹੀਂ, ਹੁਣ ਨਹੀਂ ਬਚਿਆ, ਹੁਣ ਨਹੀਂ। ਉਹ ਉਦੋਂ ਟਾਈਮ ਸੀ। ਸਹੀ ਗੱਲ। ਉਹ ਜਨਾਬ ਉਹਨੇ ਉਹ ਬੜਾ ਮੇਰੇ ਦਿਲ ਛੱਡ ਗਿਆ ਸੀ ਨਾ ਤੂੰ। ਹਾਂ ਬਿਲਕੁਲ। ਨਹੀਂ, ਉਹ ਫਿਰ ਉਹਨੇ ਬੜਾ ਰੌਲਾ ਬਣਾਇਆ ਬਾਅਦ ਚ। ਅੱਛਾ। ਉਸ ਟਾਈਮ ਹਾਲਾਂਕਿ ਉਹ 2 ਲੱਖ ਲੈ ਚੁੱਕਿਆ ਸੀ। ਮੇਰਾ ਯਾਰ ਸੀ ਉਹ ਵੀ ਨਾ, ਕਲਾਸ ਫੈਲੋ ਸੀ ਉਹ ਵੀ, ਨਾਲ ਪੜ੍ਹਦਾ ਰਿਹਾ। ਉਹ ਆਖੇ ਨਹੀਂ ਤੂੰ ਐਡੀ ਵੱਡੀ ਦਿਹਾੜੀ ਲਾ ਗਿਆ, ਤੂੰ ਮੈਨੂੰ ਕਿਹਾ ਸੀ। ਕਹਿੰਦੀ, ਮੈਂ ਕਿਹਾ ਨਹੀਂ, ਉਹ ਵਕਤ ਸੀ, ਹੁਣ ਨਹੀਂ। ਕਿ ਯਾਨੀ ਕਿ ਇਨਸਾਨ ਦੇ ਕੋਲ ਵਕਤ ਹੁੰਦਾ ਹੈ ਕਦੀ ਕਦੀ, ਉਹਨੂੰ ਖੁਦ ਹੀ ਲੱਤ ਮਾਰ ਦਿੰਦੇ ਨੇ। ਖੁਦ ਹੀ ਲੱਤ ਮਾਰ ਦਿੱਤਾ। ਫਿਰ ਵੀ ਮੈਂ ਕਿਹਾ ਜਾ ਤੇ ਮੇਰਾ ਬਣਦਾ ਨਹੀਂ, ਲੇਕਿਨ ਉਹਨੂੰ ਫਿਰ ਵੀ ਮੈਂ 3 ਲੱਖ ਹੋਰ ਦੇ ਦਿੱਤਾ। ਮੈਂ ਕਿਹਾ ਲੈ ਫੜ ਯਾਸ਼ਿਕਾ। ਲੇਕਿਨ ਜੇ ਤੂੰ ਆਖੇ ਨਾ ਤੀਸਰਾ ਹਿੱਸਾ, ਉਹ ਨਹੀਂ ਹੁੰਦਾ। ਅੱਛਾ, ਬਾਕੀ ਰਹਿ ਗਿਆ ਜੀ 7 ਏਕੜ। 1 ਮਹੀਨੇ ਬਾਅਦ 7 ਏਕੜਾਂ ਦਾ ਵੀ ਸੌਦਾ ਕੀਤਾ। ਠੀਕ ਹੈ। 35 ਲੱਖ ਤੋਂ ਏਕੜ। 35 ਲੱਖ ਤੋਂ ਏਕੜ। ਵਾਹ ਜੀ ਵਾਹ। ਉਹ ਯਾਨੀ 1.5-2 ਮਹੀਨੇ ਦੇ ਵਿੱਚ ਨਾ ਇਹ ਸਾਰਾ ਪ੍ਰੋਸੈਸ ਪੂਰਾ ਕਰ ਲਿਆ। ਪੂਰਾ ਯਾਨੀ 1 ਕਰੋੜ 70 ਲੱਖ ਰੁਪਏ ਤੁਸੀਂ ਕਮਾ ਲਿਆ ਤਕਰੀਬਨ। ਇੰਨਾ ਕੋ ਕਮਾ ਲਿਆ, ਕੁਝ ਲਾਏ ਬਗੈਰ। ਕੁਛ ਵੀ ਨਹੀਂ, ਉਹ ਹੀ ਸਿਰਫ ਜਿਹੜਾ ਵਕਤ ਹੀ ਲਾਇਆ। ਅੱਲਾਹ ਸਾਹਿਬ ਕੋ ਉਧਾਰ ਲਏ ਸਰ। ਤਾਂ ਉਹਨਾਂ ਨੂੰ ਵਾਪਸ ਕੀਤਾ? ਉਹਨਾਂ ਨੂੰ ਵੀ ਮੈਂ ਡਬਲ ਕੀਤੇ। ਵਾਪਸ ਕੀਤੇ। ਪ੍ਰੋਫਿਟ ਲਾ ਕੇ ਡਬਲ ਕੀਤੇ। ਹਾਲਾਂਕਿ ਉਹਨੇ ਮੈਨੂੰ ਕਿਹਾ ਨਹੀਂ ਹੈ, ਮੈਂ ਕਿਹਾ ਆਪਣੀ ਖੁਸ਼ੀ ਨਾਲ ਮੈਂ ਕਿਹਾ ਜਦ ਕਮਾ ਜੇ ਲੈਣ ਯਾਰ, ਤੇਰੇ ਪੈਸੇ ਨਾਲ ਹੀ ਕਮਾਏ। ਉਹ ਉਸ ਤੋਂ ਬਾਅਦ ਫਿਰ ਜੀ ਅਲਹਮਦੁਲਿਲਾ ਰੀਅਲ ਸਟੇਟ ਦਾ ਇੰਨਾ ਕੁ ਕੰਮ ਕੀਤਾ ਕਿ ਸਾਡੇ ਇਲਾਕੇ 'ਚ ਸਭ ਤੋਂ ਜ਼ਿਆਦਾ ਕੰਮ ਹਾਂ ਕੀਤਾ। ਯਾਨੀ ਇਹ ਜ਼ਮੀਨਾਂ ਨਾਲ ਚੀਜ਼ਾਂ ਬਣੀਆਂ। ਜ਼ਮੀਨਾਂ, ਅਸਲ ਪੈਸੇ ਜ਼ਮੀਨਾਂ ਤੋਂ ਆਏ ਨੇ। ਠੀਕ ਹੈ। ਤਾਂ ਉਹ ਡੰਪਰ ਚੱਲਦੇ ਨੇ ਜਿਹੜੇ ਉਹ ਲੈ ਸਨ? ਨਹੀਂ, ਉਹ ਤੇ ਮੈਂ ਤੁਹਾਨੂੰ ਦੱਸਿਆ ਨਹੀਂ, ਉਹਦੀ ਉਧਾਰ ਵਿੱਚ ਇਹ ਪੈਸੇ ਲੈਣ ਵਾਲੇ ਨੇ। ਨਹੀਂ, ਜਿਹੜੇ ਸੌਦੀਆ ਚੱਲਦੇ ਨੇ। ਹਾਂ, ਉਹ ਉੱਥੇ ਚੱਲਦੇ, ਉਹ ਉੱਥੋਂ ਕੁਝ ਆਉਂਦੇ ਨੇ ਪੈਸੇ? ਹਾਂਜੀ ਆਉਂਦੇ।